एक मिनट साहब सलामी ढोला ठीक है जब तू ही सलामी दे दो शेर का पानी पिलाओ आंटी बस बस कंधा देना ठीक है फोटो क्लिक कर लेना मेरे को मेरा पुत नहीं देखा जाता मेरे पुत नु किन्ने गोला मार दिता मनजीत कौर गोली मैनू ਵੱਜ जाए ਭਾਜੀ ਥੋੜਾ ਅੱਗੇ ਵੀ ਸਲਾਮੀ ਦੇਣੀ ਹੈ ਲਿਆਓ ਪਲੀਜ਼ ਤੁਸੀਂ ਜਾਓ ਸਾਰਾ ਅੱਗੇ मेरे लिए आज भी जिंदा है ਉਹ ਦੇਖੋ ਉਹਦੀ ਹਿੰਮਤ ਦੇਖੋ ਤੁਸੀਂ
भाई नहीं जाओ नाल मैं जा रहा सामने को रीत देखो एक मिनट रोकियो जरा भाई जी पीछे आ रहे हो थोड़े ਉਹ ਯਾਰ ਅਸੀਂ ਗੱਲ ਕਰਨ ਦੇ ਵੀ ਇਹ ਝੂਠ ਹੀ ਬੋਲਣਾ ਜਾੜੇ ਜਿਹੜਾ ਫਰੇਮ ਚ ਆ ਪਿੱਛੇ ਹੋ ਜਾ ਥੋੜੇ ਪਾਜੀ ਚਲੋ ਯਾਰ ਇੱਧਰ ਆਇਓ ਚਲੋ इनके माता जी आप देख सकते हैं भाई फाइनल करिए सभी फाइनल करिए
ਕਿਉਂਕਿ ਤ੍ਰਿਪਿੰਦਰ ਸਿੰਘ ਬਾਜਵਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਇਸ ਹਲਕੇ ਵਿੱਚ ਪਿੰਡ आप अपने बच्चों से छोटे तरीके से बहुत कुछ अपनी पार्टियों में अपनी याद करते हैं सारे सर आप पीछे रखो सर हाथ ले माता जी पिछले रोज अपने जन्म बाल बखान चौरासी बचाना किसी प्रभु शांति भाव मंदा नानक नाम ਵਾਹਿਗੁਰੂ ਜੀ ਕੀ ਫਤਿਹ। पीछे हो जाए
ਜੰਮੂ ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਦੇ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ ਮਨਦੀਪ ਸਿੰਘ ਦਾ ਪਾਰਥਿਵ ਸਰੀਰ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਹਨਾਂ ਦੇ ਜੱਦੀ ਪਿੰਡ ਚੱਠੇ ਪਹੁੰਚਿਆ। ਇਸ ਮੌਕੇ ਲੋਕਾਂ ਦਾ ਭਾਰੀ ਕਾਫਲਾ ਨਜ਼ਰ ਆਇਆ। ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਪਿੰਡ ਵਿੱਚ ਗਮਗੀਨ ਮਾਹੌਲ ਨਜ਼ਰ ਆਇਆ। ਹਰ ਇੱਕ ਦੀ ਅੱਖ ਨਮ ਦਿਖਾਈ ਦਿੱਤੀ। ਜਿੱਥੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ, ਉੱਥੇ ਹੀ ਲੋਕਾਂ ਦੇ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। सेना की टुकड़ी वालों सलामी दी गई। शहीदा का अंतिम संस्कार सरकारी सन्मानां नाल कीता गया। इस मौके पंजाब सरकार के मंत्री तिब्बत राजेंद्र बाजवा अते जिला प्रशासन वालों शहीद नूं श्रद्धांजलि भेंट की गई। फतेहगढ़ चूड़ियां तो पलविंदर सिंह सरंगल की रिपोर्ट लाइव भारत। ਮਾਣ ਹੈ ਜੀ ਸਾਨੂੰ ਸਾਡੇ ਭਰਾ ਨੂੰ ਮਤਲਬ ਪੂਰੇ ਪਿੰਡ ਨੂੰ, ਪੂਰੇ ਦੇਸ਼ ਨੂੰ ਅਤੇ ਪੂਰੇ ਪਰਿਵਾਰ ਨੂੰ ਉਹਦੇ 'ਤੇ ਮਾਣ ਹੈ। ਉਹਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ, ਮਗਰ ਜੋ ਉਹਦੀ ਆਖਰੀ ਖੁਆਇਸ਼ ਸੀ ਉਹ ਪੂਰੀ ਹੋਣੀ ਚਾਹੀਦੀ ਹੈ। ਅਤੇ ਆਪਣਾ ਜੋ ਉਹਨੇ ਸਟੇਡੀਅਮ ਉਸ ਐਜ ਏ ਸਪੋਰਟਸਮੈਨ ਬਣਨਾ ਚਾਹੀਦਾ। ਬਾਕੀ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਸਰਕਾਰ ਨੂੰ ਲੈਣੀ ਚਾਹੀਦੀ ਹੈ। ਬਾਕੀ ਜੋ ਵੀ ਗੌਰਮੈਂਟ ਨੇ ਕੀਤਾ ਬਹੁਤ ਵਧੀਆ, ਅਤੇ ਸਾਨੂੰ ਮਾਣ ਹੈ ਕਿ ਪੂਰੇ ਸਨਮਾਨਾਂ ਦੇ ਨਾਲ ਸਾਡੇ ਭਰਾ ਨੂੰ ਆਖਰੀ ਵਿਦਾਈ ਦਿੱਤੀ ਗਈ ਹੈ। ਕਿਹੜੀਆਂ ਐਸੀਆਂ ਗੱਲਾਂ ਤੁਹਾਡੇ ਨਾਲ ਕਰਦੇ ਹੁੰਦੇ ਸੀ ਜਿੱਥੋਂ ਉਹਨਾਂ ਦੀ ਸ਼ਖਸੀਅਤ ਉੱਭਰ ਕੇ ਸਾਹਮਣੇ ਆ ਸਕਦੀ? ਕਿਹੜੀਆਂ ਐਸੀਆਂ ਗੱਲਾਂ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਸੀ? ਸ਼ਖਸੀਅਤ ਤੇ ਉਹ ਬਹੁਤ ਵਧੀਆ ਸੀ। ਸਾਰੇ ਪਿੰਡ ਨਾਲ ਹੱਸ ਖੇਡ ਕੇ ਉਹ ਬੋਲਦਾ ਸੀ। ਅਤੇ ਬਸ ਮਜ਼ਾਕ 'ਚ ਇਹੀ ਕਹਿ ਗਿਆ ਸੀ ਵੀ ਇੱਥੇ ਕਿਸੇ ਦਾ ਗੇਟ ਬਣਨਾ ਚਾਹੀਦਾ, ਅਤੇ ਅੱਜ ਉਹ ਵੀ ਲੈ ਗਿਆ ਪਹਿਲਾ ਨੰਬਰ। ਮੈਨੂੰ ਬਹੁਤ ਹੀ ਮਾਣ ਵਾਲੀ ਗੱਲ ਏ ਕਿ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਏ। ਉਹ ਦੇਸ਼ ਦੀ ਰਾਖੀ ਕਰਦੇ ਸੀ। ਮੈਨੂੰ ਇੱਕੋ ਗੱਲ ਹੀ ਕਹਿੰਦੇ ਹੁੰਦੇ ਸੀ, ਜਿਹੜੀ ਤੁਸੀਂ ਚੈਨ ਦੀ ਨੀਂਦ ਸੌਂਦੇ ਹੋ ਨਾ, ਉਹ ਸਾਡੇ ਕਰਕੇ ਸੌਂਦੇ ਹੋ। ਜੇ ਕਿਤੇ ਬਾਰਡਰ ਖਾਲੀ ਹੋ ਜਾਣ ਨਾ ਤੇ ਇੱਥੇ ਘਰਾਂ ਦੇ ਘਰ ਤਬਾਹ ਹੋ ਜਨੇ ਨੇ। ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਮੇਰੇ ਨਾਲ। ਹਾਂਜੀ, ਕੀ ਉਹਨਾਂ ਦੀ ਜਿਹੜੀ ਐਸੀ ਖੁਆਇਸ਼ ਜਿਹੜੀ ਤੁਸੀਂ ਉਹਨਾਂ ਦੇ ਮਗਰੋਂ ਪੂਰੀ ਕਰੋਗੇ? ਮੈਂ ਆਪਣੇ ਬੱਚਿਆਂ ਦਾ ਫਿਊਚਰ ਬਣਾਵਾਂਗੀ। ਮੇਰੇ ਬੱਚੇ ਵੀ ਦੇਸ਼ ਦੀ ਰਾਖੀ ਕਰਨਗੇ। ਮੇਰੇ 2 ਬੇਟੇ ਨੇ, ਇੱਕ ਅੱਜ 40 ਦਿਨ ਦਾ, ਇੱਕ 4 ਸਾਲ ਦਾ ਏ। ਉਹ ਵੀ ਆਪਣੇ ਪਿਤਾ ਵਾਂਗ ਹੀ ਦੇਸ਼ ਦੀ ਰਾਖੀ ਕਰਨਗੇ। ਆਖਰੀ ਗੱਲ ਕਦੋਂ ਤੁਹਾਡੀ ਹੋਈ ਸੀ ਉਹਨਾਂ ਨਾਲ? ਆਖਰੀ ਵਾਰੀ ਗੱਲ ਸਾਡੀ ਐਤਵਾਰ 10 ਵਜੇ ਦੇ ਕਰੀਬ, ਤੇ ਬਾਅਦ ਵਿੱਚ ਤੋਂ 1 ਵਜੇ ਦੇ ਕਰੀਬ ਹੋਈ ਏ। ਕੀ ਕਿਹਾ ਸੀ ਉਹਨਾਂ ਨੇ? ਬਸ ਉਹ ਆਪਣੇ ਬੇਟਿਆਂ ਬਾਰੇ ਪੁੱਛਦੇ, ਗੱਲ ਕਰਦੇ ਸੀ। ਮੇਰਾ ਵੱਡਾ ਬੇਟਾ ਕਿਤੇ ਗਿਆ ਸੀ ਆਪਣੀ ਦਾਦੀ ਦੇ ਨਾਲ, ਉਹਦੇ ਬਾਰੇ ਪੁੱਛਦੇ ਸੀ। ਮੈਂ ਕਿਹਾ ਉਹ ਕਿਤੇ ਗਿਆ ਹੋਇਆ? ਕਹਿੰਦੇ ਮਨਦੀਪ ਜਦੋਂ ਉਹ ਘਰ ਆਏਗਾ ਮੇਰੀ ਗੱਲ ਕਰਵਾਈ। ਪਰ ਜਦੋਂ ਉਹ ਘਰੇ ਆਇਆ ਉਹਨਾਂ ਦਾ ਫੋਨ ਹੀ ਬੰਦ ਹੋ ਗਿਆ। ਸੋਚਦੀ ਹੋਵੇਗੀ ਮਾੜੀ ਗੱਲ ਹੋਈ ਆ। ਪਰਿਵਾਰ ਦਾ ਨੌਜਵਾਨ ਜੀ ਜਾਂਦਾ ਰਿਹਾ ਵਾ, ਬੱਚਾ ਛੋਟਾ ਵਾ, ਇੱਕ 4 ਸਾਲ ਦਾ, ਇੱਕ 1.5 ਮਹੀਨੇ ਦਾ। ਦਿੱਲੀ ਸਰਕਾਰ ਇਹਦੇ ਬਾਰੇ ਚਿੰਤਤ ਹੋਣੀ ਚਾਹੀਦੀ ਆ। ਬਾਕੀ ਮੈਂ ਪਾਕਿਸਤਾਨ ਸਰਕਾਰ ਨੂੰ ਕਹਿੰਦਾ ਵੀ ਇਹਨਾਂ ਗੱਲਾਂ ਨਾਲ ਜੰਗ ਜਿੱਤੀ ਨਹੀਂ ਜਾ ਸਕਦੀ। ਜੰਗ ਜਿਹੜੀ ਆ ਉਹ ਆਮੋ ਸਾਹਮਣੇ ਬਹਿ ਕੇ ਉਹਦੇ ਫੈਸਲੇ ਹੁੰਦੇ ਨੇ। ਜਿਹੜਾ ਵੀ ਇਸ਼ੂ ਹੈ ਆਮੋ ਸਾਹਮਣੇ ਬਹਿ ਕੇ ਡਿਸਾਈਡ ਕਰਨਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੀਆਂ ਵਾਹੀਆਤ ਹਰਕਤਾਂ ਨਾਲ ਕੋਈ ਜੰਗ ਜਿੱਤੀ ਜਾ ਸਕਦੀ ਆ। ਬਾਕੀ ਪੰਜਾਬ ਸਰਕਾਰ ਇਹ ਸ਼ਹੀਦ ਪਰਿਵਾਰ ਨਾਲ ਖਲੋਤੀ ਆ। CM ਸਾਹਿਬ ਨੇ 50 ਲੱਖ ਰੁਪਏ ਅਨਾਉਂਸ ਕੀਤਾ, ਜਿਹੜਾ ਕਰਦਾ ਜੀ ਕੋਈ ਨੌਕਰੀ ਚਾਹੇਗਾ ਨੌਕਰੀ ਮਿਲੇਗੀ। ਕੋਈ ਯਾਦਗਾਰੀ ਗੇਟ ਜਾਂ ਸਟੇਡੀਅਮ ਜੋ ਵੀ ਪਰਿਵਾਰ ਰੱਖੇਗਾ ਉਹ ਕੀਤਾ ਜਾਏਗਾ। ਦੇਖੋ ਜੀ, ਅੱਜ ਸਾਡਾ ਜੋ ਦੇਸ਼ ਮਜ਼ਬੂਤ ਹੈ, ਅਸੀਂ ਅੱਜ ਆਪਣੇ ਘਰਾਂ 'ਚ ਆਰਾਮ ਦੀ ਨੀਂਦ ਸੋ ਰਹੇ ਹਾਂ, ਤਾਂ ਇਹਨਾਂ ਜਵਾਨਾਂ ਦੇ ਸਦਕੇ ਹੀ ਹੈ। ਇਹਨਾਂ ਦੇ ਪਰਿਵਾਰਾਂ ਨੇ ਜੋ ਕੁਰਬਾਨੀ ਕੀਤੀ ਹੈ ਦੇਸ਼ ਕਦੇ ਨਹੀਂ ਦੇ ਸਕਦਾ। ਅਸੀਂ ਤਾਂ ਅੱਜ ਬਸ ਦੁੱਖ ਸਾਂਝਾ ਕਰਨ ਆਏ ਹਾਂ, ਪਰ ਜੋ ਨੁਕਸਾਨ ਪਰਿਵਾਰ ਦਾ ਹੋਗਾ ਪੂਰਾ ਨਹੀਂ ਹੋ ਸਕਦਾ। ਜੋ ਪੰਜਾਬ ਸਰਕਾਰ ਦੁਆਰਾ ਪਹਿਲਾਂ ਹੀ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ। ਸਾਡਾ ਤਾਂ ਇੱਕੋ ਹੀ ਕੋਸ਼ਿਸ਼ ਹੈ ਕਿ ਉਹ ਸਾਰੀ ਚੀਜ਼ਾਂ ਛੇਤੀ ਉਪਰਾਲਾ ਕਰਕੇ ਪਰਿਵਾਰ ਨੂੰ ਸਾਰੀ ਮਦਦ ਪਹੁੰਚਾਈ ਜਾਵੇ। ਔਰ ਇੱਕ ਅਸੀਂ ਦੁੱਖ ਸਾਂਝਾ ਕਰਨ ਆਏ ਹਾਂ, ਪਰ ਸਾਨੂੰ ਮਾਣ ਹੈ ਆਪਣੇ ਸ਼ਹੀਦਾਂ ਦੇ ਉੱਪਰ।
ਦੇਖੋ ਜੀ, ਇਹ ਬਹੁਤ ਵੱਡਾ ਦੇਸ਼ ਦਾ ਔਰ ਖਾਸ ਤੌਰ 'ਤੇ ਉਹਨਾਂ ਦੇ ਬੱਚਿਆਂ ਦਾ, ਉਹਦੀ ਧਰਮ ਪਤਨੀ ਦਾ, ਉਹਦੇ ਮਾਂ-ਬਾਪ ਦਾ ਬਹੁਤ ਵੱਡਾ ਨੁਕਸਾਨ। ਬਾਰ-ਬਾਰ ਨੌਜਵਾਨ ਰੋਜ਼ ਸ਼ਹੀਦ ਹੋ ਰਹੇ ਆ ਔਰ ਸ਼ਹਾਦਤ ਦਾ ਮੁੱਲ ਜਿਹੜਾ ਕੋਈ ਦੇਸ਼ ਦੀ ਸਰਕਾਰ ਨਹੀਂ ਦੇ ਸਕਦੀ, ਕਿਉਂਕਿ ਇਹ ਕਹਿਣਾ ਹੀ ਸੌਖਾ ਹੈ ਕਿ ਸ਼ਹੀਦ ਅਸੀਂ ਅਮਰ ਹੋਣ ਦੇ ਨਾਅਰੇ ਲਾਉਂਦੇ ਹਾਂ, ਪਰ ਜੋ ਸ਼ਹੀਦਾਂ ਦੇ ਪਰਿਵਾਰਾਂ ਦਾ ਬਾਅਦ 'ਚ ਕੋਈ ਉਹਨਾਂ ਨੂੰ ਲੋਕ ਆਫਟਰ ਨਹੀਂ ਕਰਦਾ। ਠੀਕ ਹੈ, ਸਰਕਾਰ ਇੱਕ ਵਾਰੀ ਮਦਦ ਕਰ ਦਿੰਦੀ ਹੈ, ਉਹਨਾਂ ਦੇ ਬੱਚਿਆਂ ਦੀਆਂ ਪਰਸਨੈਲਿਟੀਆਂ ਡਿਵੈਲਪ ਨਹੀਂ ਹੁੰਦੀਆਂ। ਯੰਗ ਮੁੰਡੇ ਨੇ, ਇਹਨਾਂ 'ਚੋਂ 4-5 ਮੁੰਡੇ ਜਿਹੜੇ ਬਹੁਤ ਨੌਜਵਾਨ ਨੇ, ਕਿਸੇ ਦਾ ਵਿਆਹ ਹਾਲੇ ਹੋਣ ਵਾਲਾ ਸੀ, ਕਿਸੇ ਦਾ ਥੋੜ੍ਹੇ ਦਿਨਾਂ ਨੂੰ ਹੋਇਆ ਸੀ। ਬਹੁਤ ਵੱਡਾ ਗ੍ਰੇਟ ਲਾਸ ਆ। ਅਸੀਂ ਸਮਝਦੇ ਕਿ ਪੰਜਾਬ ਦੇ ਲੋਕ ਤਾਂ ਡੈੱਡ ਬੋਡੀ ਰਿਸੀਵ ਕਰ ਕਰਕੇ ਦੁਖੀ ਹੋ ਗਏ। ਅਸੀਂ ਚਾਹੁੰਦੇ ਹਾਂ ਵੀ ਰੋਜ਼ ਦੀ ਜਿਹੜੀ ਖਹਿ ਮੁੱਕਣੀ ਚਾਹੀਦੀ ਹੈ। ਪਾਕਿਸਤਾਨ ਨਾਲ ਫੈਸਲਾ ਕੁਨ ਲੜਾਈ ਇੱਕ ਵਾਰ ਲੜ ਲੈਣੀ ਚਾਹੀਦੀ ਹੈ, ਤਾਂ ਕਿ ਰੋਜ਼ ਲੋਕਾਂ ਨੂੰ ਇਹ ਦੁੱਖ ਨਾ ਦੇਖਣਾ ਪਵੇ। ਇਹ ਬਹੁਤ ਵੱਡਾ ਦੇਸ਼ ਨੂੰ ਸ਼ਹੀਦੀ ਪਾ ਗਿਆ, ਦੇਸ਼ ਵਾਸਤੇ ਕੁਰਬਾਨੀ ਦੇ ਗਿਆ ਮੇਰਾ ਬੇਟਾ। ਬਹੁਤ ਮੈਨੂੰ ਮਾਣ ਉਸ 'ਤੇ। ਸ਼ਨੀਵਾਰ ਮੇਰੇ ਨਾਲ ਨੇ ਬਾਤ ਕੀ ਸੀ, ਬਸ ਆਂਦਾ ਮੰਮੀ ਠੀਕ ਹੈ, ਬੱਚਿਆਂ ਦਾ ਹਾਲ ਪੁੱਛਿਆ ਠੀਕ ਠਾਕ ਜੇ। ਮੈਂ ਕਹਾਂ ਬੇਟਾ ਠੀਕ ਹੈ।